ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਜਸਵਿੰਦਰ ਸਿੰਘ। ਇਸ YouTube ਚੈਨਲ ਦੇ ਉੱਪਰ ਤੁਸੀਂ ਸਮੇਂ-ਸਮੇਂ 'ਤੇ ਅਲੱਗ-ਅਲੱਗ ਐਜੂਕੇਸ਼ਨ ਦੇ ਰਿਲੇਟਡ ਜਿਹੜੀਆਂ ਵੀਡੀਓਜ਼ ਦੇਖਦੇ ਹੋ। ਸੋ ਅੱਜ ਮੈਂ ਤੁਹਾਡੇ ਨਾਲ ਇੱਕ ਸਕਾਲਰਸ਼ਿਪ ਸਕੀਮ ਜਿਹੜੀ ਸਾਂਝੀ ਕਰਨ ਜਾ ਰਿਹਾ। ਸੋ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਜੇ ਤੁਸੀਂ ਇਸ YouTube ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਾ ਜਿਹੜਾ ਬਟਨ ਉਹ ਪ੍ਰੈਸ ਕਰ ਲਓ। ਸੋ ਗੱਲ ਕਰੀਏ SHDF 2023 ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕਾਊਂਸਲ ਵੱਲੋਂ ਹਰ ਸਾਲ ਇਹ ਸਕਾਲਰਸ਼ਿਪ ਜਿਹੜੀ ਆ ਉਹ ਦਿੱਤੀ ਜਾਂਦੀ ਆ। ਸੋ ਜਿਹੜੇ ਬੱਚੇ ਇਸ ਵੇਲੇ 10ਵੀਂ ਪਾਸ ਕਰ ਗਏ ਨੇ ਜਾਂ +2 ਪਾਸ ਕਰ ਗਏ ਨੇ ਅਤੇ ਪ੍ਰੋਫੈਸ਼ਨਲ ਡਿਗਰੀ ਡਿਪਲੋਮਾ ਕਰਨਾ ਚਾਹੁੰਦੇ ਨੇ, ਸੋ ਉਹਨਾਂ ਵਾਸਤੇ ਵੱਧ ਤੋਂ ਵੱਧ 40,000 ਦੀ ਇਹ ਸਕਾਲਰਸ਼ਿਪ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਸੋ ਪਿਛਲੇ 20-25 ਸਾਲ ਤੋਂ ਇਹ ਸਕਾਲਰਸ਼ਿਪ ਜਿਹੜੀ ਆ ਉਹ ਚੱਲ ਰਹੀ ਆ ਅਤੇ ਪਿਛਲੇ ਸਾਲ ਵੀ ਤਕਰੀਬਨ 4.5 ਕਰੋੜ ਦੀ ਸਕਾਲਰਸ਼ਿਪ ਇਹ 1700-1800 ਬੱਚਿਆਂ ਨੂੰ ਜਿਹੜੀ ਪੂਰੇ ਪੰਜਾਬ ਦੇ ਵਿੱਚ ਉਹ ਦਿੱਤੀ ਗਈ ਹੈ। ਸੋ ਜੇ ਗੱਲ ਕਰੀਏ ਸਕਾਲਰਸ਼ਿਪ ਦੀ ਲਾਸਟ ਡੇਟ ਦੀ ਤਾਂ 31 ਜੁਲਾਈ 2023 ਇਹਦੀ ਅੰਤਿਮ ਤਰੀਕ ਹੈਗੀ ਆ। ਉਸ ਤੋਂ ਪਹਿਲਾਂ ਤੁਸੀਂ ਇਸ ਨੂੰ ਫਾਰਮ ਨੂੰ ਭਰਨਾ ਹੈਗਾ। ਸੋ ਅਪਲਾਈ ਕਿਵੇਂ ਕਰਨਾ, ਇਹ ਤੁਸੀਂ ਜਿਹੜਾ ਫਾਰਮ ਭਰਨਾ ਹੈਗਾ ਉਹ nishkam.org 'ਤੇ ਜਾ ਕੇ ਫਾਰਮ ਨੂੰ ਡਾਊਨਲੋਡ ਕਰਨਾ, ਕਿਉਂਕਿ ਇਹ ਫਾਰਮ ਜਿਹੜਾ ਹੈਗਾ ਉਹ ਆਫਲਾਈਨ ਹੀ ਭਰਿਆ ਜਾਣਾ, ਔਨਲਾਈਨ ਨਹੀਂ ਭਰਿਆ ਜਾਣਾ। ਸੋ ਜਿਹੜੇ ਬੱਚੇ 10ਵੀਂ ਤੋਂ ਬਾਅਦ ਡਿਪਲੋਮਾ ਕਰਨਾ ਚਾਹੁੰਦੇ ਆ, ਹਜੇ ਦਾਖਲਾ ਨਹੀਂ ਲਿਆ, +2 ਤੋਂ ਬਾਅਦ ਕੋਈ ਪ੍ਰੋਫੈਸ਼ਨਲ ਡਿਗਰੀ ਕਰਨਾ ਚਾਹੁੰਦੇ ਆ, ਹਜੇ ਦਾਖਲਾ ਨਹੀਂ ਵੀ ਲਿਆ, ਤਾਂ ਉਹ ਵੀ ਇਸ ਨੂੰ ਫਾਰਮ ਨੂੰ ਜਿਹੜਾ ਉਹ ਭਰ ਸਕਦੇ ਨੇ। ਪਰ ਸਕਾਲਰਸ਼ਿਪ ਉਦੋਂ ਕਲੀਅਰ ਹੋਏਗੀ ਜਦੋਂ ਕਿਸੇ ਕਾਲਜ ਦੇ ਵਿੱਚ ਦਾਖਲਾ ਲੈ ਲੈਣਗੇ। ਜਿਵੇਂ ਮੈਂ ਗੱਲ ਕੀਤੀ ਹੈ ਕਿ 40,000 ਵੱਧ ਤੋਂ ਵੱਧ ਜਿਹੜੀ ਇਹਦੀ ਅਮਾਊਂਟ ਉਹ ਦਿੱਤੀ ਜਾਏਗੀ। ਜੇ ਪ੍ਰੋਸੀਜਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਸਕਾਲਰਸ਼ਿਪ ਲਈ ਇੱਕ ਲਿਖਤੀ ਪੇਪਰ ਹੁੰਦਾ ਅਤੇ ਉਸ ਪੇਪਰ ਦੇ ਵਿੱਚ ਸਿੱਖ ਰਿਲੀਜਨ, ਸਿੱਖ ਇਤਿਹਾਸ ਅਤੇ GK ਅਤੇ ਕੁਛ ਇੰਗਲਿਸ਼ ਦਾ ਐਸੇ ਵਗੈਰਾ ਲਿਖਣਾ ਹੁੰਦਾ। ਸੋ ਇਹ ਬਹੁਤ ਇੱਕ ਆਸਾਨ ਜਿਹਾ ਪੇਪਰ ਹੁੰਦਾ ਅਤੇ ਉਹ ਤਕਰੀਬਨ ਜਿਵੇਂ ਹੁਣ 31 ਜੁਲਾਈ ਲਾਸਟ ਡੇਟ ਤੋਂ ਬਾਅਦ ਅਕਤੂਬਰ-ਨਵੰਬਰ ਦੇ ਵਿੱਚ ਉਹ ਐਗਜ਼ਾਮ ਲਿਆ ਜਾਏਗਾ ਅਤੇ ਉਸ ਤੋਂ ਬਾਅਦ ਨਾਲ ਹੀ 1-2 ਮਹੀਨੇ ਬਾਅਦ ਇੰਟਰਵਿਊ ਲਈ ਜਾਏਗੀ ਅਤੇ ਫਰਵਰੀ-ਮਾਰਚ ਵਿੱਚ ਜਾ ਕੇ ਇਹ ਸਕਾਲਰਸ਼ਿਪ ਜਿਹੜੀ ਆ ਉਹ ਡਿਸਟਰੀਬਿਊਟ ਕੀਤੀ ਜਾਂਦੀ ਆ। ਸੋ 5 ਇਹਦੇ ਸੈਂਟਰ ਬਣਦੇ ਆ: ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ, ਫਰੀਦਕੋਟ, ਬਠਿੰਡਾ ਅਤੇ ਦਿੱਲੀ ਦੇ ਵਿੱਚ ਵੀ ਇਹਦਾ ਸੈਂਟਰ ਬਣਦਾ। ਸੋ ਇਹ ਸੈਂਟਰ ਦੇ ਉੱਪਰ ਜਾ ਕੇ ਤੁਸੀਂ ਆਪਣਾ ਲਿਖਤੀ ਪੇਪਰ ਦੇਣਾ ਹੈਗਾ ਅਤੇ ਉੱਥੇ ਹੀ ਤੁਹਾਡੀ ਇੰਟਰਵਿਊ ਹੋਏਗੀ ਅਤੇ ਉੱਥੇ ਹੀ ਤੁਹਾਨੂੰ ਜਿਹੜੇ ਉਹ ਚੈੱਕ ਦਿੱਤੇ ਜਾਣਗੇ। ਕਿਸੇ ਵੇਲੇ ਵੀ ਤੁਸੀਂ ਕੋਈ ਵੀ ਸੈਂਟਰ ਜਿਹੜਾ ਉਹ ਚੇਂਜ ਕਰ ਸਕਦੇ ਹੋ। ਸੋ ਗੱਲ ਕਰੀਏ ਪੇਪਰ ਦੇ ਬਾਰੇ ਤਾਂ ਨੈਤਿਕ ਸਿੱਖਿਆ ਦੀ ਕਿਤਾਬ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ, ਉਹ ਤੁਸੀਂ ਪੜ੍ਹ ਲੈਣੀ ਅਤੇ ਉਹ ਸਾਨੂੰ ਸਾਡੀ ਵੈਬਸਾਈਟ ਤੋਂ ਵੀ ਤੁਹਾਨੂੰ ਉਹ ਕਿਤਾਬ ਜਿਹੜੀ PDF ਮਿਲ ਜਾਏਗੀ, ਜਾਂ ਫਿਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਿੰਨੇ ਕਿਤੇ ਸ਼ਾਪਸ ਹੈਗੀਆਂ ਉੱਥੋਂ ਵੀ ਇਹ ਜਿਹੜੀ ਕਿਤਾਬ ਤੁਹਾਨੂੰ ਮਿਲ ਜਾਏਗੀ। ਸੋ ਜਿਹੜੇ ਬੱਚੇ ਪ੍ਰੋਫੈਸ਼ਨਲ ਕੋਰਸ ਕਰਨਾ ਚਾਹੁੰਦੇ ਆ, BCA, MCA, BTech, MTech, BCom, MCom, ਐਗਰੀਕਲਚਰ ਜਾਂ ਫਾਰਮੇਸੀ ਜਾਂ ਮੈਡੀਕਲ ਦੇ ਵਿੱਚ BDS, ਨਰਸਿੰਗ, ਫਿਜ਼ੀਓਥੈਰੇਪੀ, BAMS, BHMS, ਇਹ ਕੋਰਸ ਜਿਹੜੇ ਪ੍ਰੋਫੈਸ਼ਨਲ ਕੋਰਸ ਨੇ ਉਹ ਕਰਨਾ ਚਾਹੁੰਦੇ ਆ ਅਤੇ ਉਹ ਬੱਚੇ ਸਕਾਲਰਸ਼ਿਪ ਨੂੰ ਉਹ ਭਰ ਸਕਦੇ ਨੇ। ਸੋ ਤੁਸੀਂ ਇੱਕ ਵਾਰੀ ਇੰਸਟਰਕਸ਼ਨ ਜ਼ਰੂਰ ਪੜ੍ਹ ਲੈਣੀ ਹੈ, ਕਿਉਂਕਿ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈਗੀ ਆ, ਜਿਨ੍ਹਾਂ ਦੀ ਫੈਮਿਲੀ ਇਨਕਮ 3 ਲੱਖ ਤੋਂ ਜਿਹੜੀ ਆ ਘੱਟ ਹੈਗੀ ਆ, ਇਹ ਸਕਾਲਰਸ਼ਿਪ ਅਤੇ ਸਿਰਫ ਜਿਹੜੇ ਆ ਉਹ ਨੀਡੀ ਵਿਦਿਆਰਥੀਆਂ ਲਈ ਹੈ। ਜਿਹੜੇ ਵਿਦਿਆਰਥੀ ਲੋੜਵੰਦ ਨੇ ਅਤੇ 3 ਲੱਖ ਤੋਂ ਉਹਨਾਂ ਦੀ ਜਿਹੜੀ ਆ ਸਾਰੀ ਐਨੂਅਲ ਇਨਕਮ ਘੱਟ ਹੈਗੀ ਆ, ਉਹੀ ਇਸ ਨੂੰ ਅਪਲਾਈ ਕਰਨ, ਕਿਉਂਕਿ ਬਹੁਤ ਸਾਰੇ ਬੱਚੇ ਇਹ ਸੋਚਦੇ ਕਿ ਸਕਾਲਰਸ਼ਿਪ ਆ ਗਈ ਤਾਂ ਭਰ ਦਿੰਦੇ ਆ, ਪਰ ਇਹ ਸਿਰਫ ਅਤੇ ਸਿਰਫ ਜਿਹੜੇ ਨੀਡੀ ਅਤੇ ਡਿਜ਼ਰਵਿੰਗ ਕੈਂਡੀਡੇਟ ਆ ਉਹਨਾਂ ਦੇ ਲਈ ਹੈਗੀ ਆ। ਸੋ ਇਹ ਫਾਰਮ ਨੂੰ nishkam.org ਤੋਂ ਡਾਊਨਲੋਡ ਕੀਤਾ ਜਾ ਸਕਦਾ ਅਤੇ ਉਹਦੇ ਵਿੱਚ ਇੰਸਟਰਕਸ਼ਨ ਅਤੇ ਜਿਹੜੇ ਇਨਕਮ ਦੇ ਅਲੱਗ-ਅਲੱਗ ਫਾਰਮੈਟ ਜਿਹੜੇ ਹੈਗੇ ਆ ਅਤੇ ਨਾਲ ਦੀ ਨਾਲ ਜਿਹੜੇ ਕਿਹੜੇ ਡਾਕੂਮੈਂਟ ਲਾ ਕੇ ਭੇਜਣੇ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਸੋ ਇਹ ਸਾਰੀ ਕੰਡੀਸ਼ਨ ਜਿਹੜੀਆਂ ਪੂਰੀਆਂ ਕਰਕੇ ਤੁਸੀਂ 31 ਜੁਲਾਈ 2023 ਤੱਕ ਫਾਰਮ ਨੂੰ ਜਿਹੜਾ ਉਹ ਭੇਜਣਾ ਹੈਗਾ। ਜਦੋਂ ਤੁਸੀਂ ਇੱਕ ਵਾਰੀ ਇਹ ਫਾਰਮ ਨੂੰ ਭਰਦੇ ਹੋ ਤਾਂ ਰਿਟਨ ਟੈਸਟ ਦੇ ਕੇ, ਇੰਟਰਵਿਊ ਦੇ ਕੇ ਸਕਾਲਰਸ਼ਿਪ ਪ੍ਰਾਪਤ ਕਰ ਲੈਣ ਅਤੇ ਹਰ ਸਾਲ ਤੁਹਾਨੂੰ ਇਹ ਸਕਾਲਰਸ਼ਿਪ ਮਿਲਦੀ ਰਹੇਗੀ। ਪਰ ਤੁਹਾਨੂੰ ਹਰ ਸਾਲ ਫਾਰਮ ਜਿਹੜਾ ਉਹ ਦੁਬਾਰਾ ਭਰਨਾ ਪਏਗਾ, ਉਹ ਓਲਡ ਐਪਲੀਕੈਂਟ ਭਰਨ। ਹੁਣ ਜਿਹੜੇ ਫਰੈਸ਼ ਵਿਦਿਆਰਥੀ ਨੇ, ਜਿਹੜੇ ਉਹ ਫਰੈਸ਼ ਐਪਲੀਕੈਂਟਸ ਨੇ, ਜਿਹੜੇ ਉਹੀ ਨਿਊ ਐਪਲੀਕੇਸ਼ਨ ਜਿਹੜਾ ਫਾਰਮ ਉਹ ਭਰਨਗੇ। ਜਿਹੜੇ ਵਿਦਿਆਰਥੀ ਪੁਰਾਣੀ ਸਕਾਲਰਸ਼ਿਪ ਇਹ ਲੈ ਰਹੇ ਆ ਪੁਰਾਣੇ, ਤਾਂ ਉਹ ਓਲਡ ਸਟੂਡੈਂਟ ਵਾਲਾ ਫਾਰਮ ਡਾਊਨਲੋਡ ਕਰਨ, ਕਿਉਂਕਿ ਅਸੀਂ ਇੱਕ ਵਾਰ ਲਿਖਤੀ ਪੇਪਰ ਲੈਂਦੇ ਹਾਂ ਅਤੇ ਦੁਬਾਰਾ ਜਿਹੜਾ ਫਾਰਮ ਭਰਦੇ ਹਾਂ ਅਤੇ ਉਹਦੇ ਵਿੱਚ ਸਿਰਫ ਅਤੇ ਸਿਰਫ ਉਹ ਬੱਚੇ ਦੀ ਇੰਟਰਵਿਊ ਹੁੰਦੀ ਆ। ਸੋ ਇੱਕ ਵਾਰੀ ਰਿਟਨ ਟੈਸਟ ਹੋਣਾ ਤੁਹਾਡਾ ਅਤੇ ਬਾਕੀ ਫਿਰ ਜੇ 4 ਸਾਲ ਦਾ ਕੋਰਸ ਆ ਅਤੇ ਤੁਹਾਨੂੰ 4 ਸਾਲ ਇੰਟਰਵਿਊ ਲਈ ਆਉਣਾ ਪਏਗਾ ਅਤੇ ਅਲੱਗ-ਅਲੱਗ ਸਮੇਂ ਦੇ ਉੱਤੇ ਜੋ ਵੀ ਨਿਸ਼ਕਾਮ ਵੱਲੋਂ ਜਿਹੜੀ ਹੈ ਸੈਮੀਨਾਰ ਵਗੈਰਾ, ਵਰਕਸ਼ਾਪ ਵਗੈਰਾ ਜਾਂ ਕੋਈ ਹੋਰ ਐਕਟੀਵਿਟੀ ਜਿਹੜੀ ਥਰੂ ਆਊਟ ਸਾਲ ਹੋਏਗੀ ਉਹ ਤੁਹਾਨੂੰ ਜਿਹੜੀ ਆ ਅਟੈਂਡ ਕਰਨੀ ਪਏਗੀ। ਜਿਨ੍ਹਾਂ ਬੱਚਿਆਂ ਦੇ 10ਵੀਂ ਅਤੇ 12ਵੀਂ ਦੇ ਵਿੱਚੋਂ ਘੱਟੋ ਘੱਟ 60% ਜਿਹੜੇ ਆ ਉਹ ਮਾਰਕਸ ਹੈਗੇ ਆ, ਉਹੀ ਇਹ ਐਪਲੀਕੇਸ਼ਨ ਜਿਹੜਾ ਫਾਰਮ ਭਰ ਸਕਦੇ ਆ।
ਕਿਉਂਕਿ ਜੇ ਤੁਹਾਡੇ ਨੰਬਰ ਘੱਟ ਹੋਏ, ਤੁਸੀਂ ਐਪਲੀਕੇਸ਼ਨ ਫਾਰਮ ਭਰ ਰਹੇ ਹੋ, ਤਾਂ ਇਹ ਸਕਾਲਰਸ਼ਿਪ ਜਿਹੜੀ ਤੁਹਾਡੀ ਰਿਜੈਕਟ ਹੋ ਜਾਏਗੀ। ਜਿਹੜੇ ਵਿਦਿਆਰਥੀ ਸਕਾਲਰਸ਼ਿਪ ਲੈ ਕੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਰੀਪੇਅਰ ਆ ਜਾਂਦੀ ਆ ਜਾਂ ਕੋਈ ਸਪਲੀ ਆ ਜਾਂਦੀ ਆ, ਅਤੇ ਉਹ ਜੇ ਨਹੀਂ ਟਾਈਮ ਸਿਰ ਕਲੀਅਰ ਕਰ ਦਿੱਤਾ, ਇਹ ਸਕਾਲਰਸ਼ਿਪ ਜਿਹੜੀ ਆ ਉਹ ਬੰਦ ਹੋ ਜਾਂਦੀ ਆ। ਸੋ ਸਕਾਲਰਸ਼ਿਪ ਜਿਹੜੀ ਆ ਇਹ ਰੱਦ ਇਸ ਕਰਕੇ ਹੁੰਦੀ ਆ ਕਿਉਂਕਿ ਜੇ ਤੁਸੀਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਨਹੀਂ ਭਰਦੇ। ਹੁਣ ਕਈ ਬੱਚੇ PMS ਸਕਾਲਰਸ਼ਿਪ ਲੈਂਦੇ ਆ, SC ਸਕਾਲਰਸ਼ਿਪ ਲੈਂਦੇ ਆ, ਜਾਂ ਫਿਰ ਸਿੱਖ ਮਿਨੋਰਟੀ ਲੈਂਦੇ ਆ, ਜਾਂ ਫਿਰ ਕਿਸੇ ਹੋਰ ਸੰਸਥਾ ਤੋਂ ਲੈਂਦੇ ਆ, ਤਾਂ ਤੁਹਾਨੂੰ ਉਹ ਬਹੁਤ ਜ਼ਰੂਰੀ ਹੈ ਕਿ ਫਾਰਮ ਦੇ ਵਿੱਚ ਭਰਨਾ। ਕਿਤੋਂ ਵੀ ਤੁਸੀਂ ਸਕਾਲਰਸ਼ਿਪ ਲੈ ਰਹੇ ਹੋ, ਜੇ ਤੁਸੀਂ ਉਹ ਸਕਾਲਰਸ਼ਿਪ ਦੀ ਇਨਫੋਰਮੇਸ਼ਨ ਨਹੀਂ ਦਿੰਦੇ ਤਾਂ ਤੁਹਾਡਾ ਇਹ ਸਕਾਲਰਸ਼ਿਪ ਜਿਹੜਾ ਫਾਰਮ ਉਹ ਰਿਜੈਕਟ ਹੋ ਸਕਦਾ ਹੈ। ਸਭ ਤੋਂ ਪਹਿਲਾਂ ਇਹ ਫਾਰਮ ਜਿਹੜਾ ਤੁਸੀਂ ਡਾਊਨਲੋਡ ਕਰ ਲੈਣਾ nishkaam.org ਤੇ ਜਾ ਕੇ। ਸੋ ਇਹ ਇਸ ਤਰ੍ਹਾਂ ਦਾ ਫਾਰਮ ਜਿਹੜਾ ਖੁੱਲ੍ਹ ਜਾਏਗਾ। ਸਭ ਤੋਂ ਪਹਿਲਾਂ ਇੰਪੋਰਟੈਂਟ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਇਸ ਫਾਰਮ ਨੂੰ ਭਰਨਾ ਹੈਗਾ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇਹ ਸਕਾਲਰਸ਼ਿਪ ਦਾ ਫਾਰਮ 31 ਜੁਲਾਈ 2023 5 ਵਜੇ ਤੱਕ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ, ਨਿਸ਼ਕਾਮ ਭਵਨ, B ਬਲਾਕ, ਤਿਲਕ ਵਿਹਾਰ, ਨਿਊ ਦਿੱਲੀ ਦੇ ਵਿੱਚ ਪਹੁੰਚਣਾ ਚਾਹੀਦਾ। ਉਹ ਤੁਸੀਂ ਸਪੀਡ ਜਾਂ ਰਜਿਸਟਰਡ ਪੋਸਟ ਵੀ ਜਿਹੜਾ ਉਹ ਕੋਰੀਅਰ ਕਰ ਸਕਦੇ ਹੈਗੇ ਹੋ। ਸੋ ਇਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਈਮੇਲ ID ਹੋਣੀ ਚਾਹੀਦੀ ਹੈ, ਜਿਹੜੀ ਕਿ ਬਹੁਤ ਹੀ ਜ਼ਰੂਰੀ ਹੈਗੀ ਆ। ਤੁਹਾਡਾ ਆਪਣਾ ਇੱਕ ਫ਼ੋਨ ਨੰਬਰ ਹੋਣਾ ਚਾਹੀਦਾ। ਇਸ ਤੋਂ ਬਿਨਾਂ ਇਹ ਫਾਰਮ ਜਿਹੜਾ ਭਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜੋ ਵੀ ਅਸੀਂ ਇਨਫੋਰਮੇਸ਼ਨ ਨਿਸ਼ਕਾਮ ਵੱਲੋਂ ਤੁਹਾਨੂੰ ਦੇਣੀ ਆ ਉਹ ਈਮੇਲ ID ਜ਼ਰੀਏ ਜਾਂ ਫਿਰ ਫ਼ੋਨ ਨੰਬਰ ਜਿਹੜਾ ਤੁਹਾਡਾ ਹੈਗਾ, ਅਤੇ ਇਹਨੂੰ 4 ਸਾਲ ਤੁਸੀਂ ਚੇਂਜ ਨਹੀਂ ਕਰਨਾ ਜਦੋਂ ਤੱਕ ਤੁਸੀਂ ਇਹ ਸਕਾਲਰਸ਼ਿਪ ਲੈਣੀ ਆ। ਕਿਉਂਕਿ ਬਹੁਤ ਬੱਚਿਆਂ ਦੀ ਸਕਾਲਰਸ਼ਿਪ ਇਸ ਕਰਕੇ ਰਹਿ ਜਾਂਦੀ ਆ ਕਿ ਉਹ ਆਪਣਾ ਈਮੇਲ ID ਉਹ ਪ੍ਰੋਪਰ ਨਹੀਂ ਦੇ ਪਾਉਂਦੇ, ਜਾਂ ਫਿਰ ਫ਼ੋਨ ਗੁੰਮ ਹੋ ਜਾਂਦਾ, ਜਾਂ ਫਿਰ ਆਪਣੇ ਕਿਸੇ ਹੋਰ ਫਰੈਂਡ ਦੀ ਫ਼ੋਨ ਦੇ ਉੱਤੇ ਖੋਲ੍ਹ ਲੈਂਦੇ ਆ, ਜਾਂ ਫਿਰ ਮੋਬਾਈਲ ਫ਼ੋਨ ਆਪਣੇ ਪਾਪਾ ਦੇ ਦਿੰਦੇ ਆ। ਕਈ ਵਾਰ ਉਹ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਸਮੇਂ ਸਿਰ ਉਹ ਨਹੀਂ ਪਹੁੰਚਦੀ ਅਤੇ ਤੁਸੀਂ ਇੰਟਰਵਿਊ ਤੋਂ ਜਾਂ ਰਿਟਨ ਟੈਸਟ ਤੋਂ ਰਹਿ ਜਾਂਦੇ ਹੋ। ਸੋ ਟਾਈਮ ਟੂ ਟਾਈਮ ਜਿਹੜੇ ਡਾਕੂਮੈਂਟਸ ਨਿਸ਼ਕਾਮ ਵੱਲੋਂ ਮੰਗੇ ਜਾਂਦੇ ਆ ਉਹ ਤੁਸੀਂ ਜਿਹੜਾ ਈਮੇਲ ਦੇ ਜ਼ਰੀਏ ਜਾਂ ਸਪੀਡ ਪੋਸਟ ਰਾਹੀਂ ਜਿਹੜੇ ਉਹ ਭੇਜਣੇ ਬਹੁਤ ਜ਼ਰੂਰੀ ਨੇ। ਸੋ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਕਿ ਇਹ ਇੰਜੀਨੀਅਰਿੰਗ, ਆਰਕੀਟੈਕਚਰ, IT, ਕੰਪਿਊਟਰ ਸਾਇੰਸ, ਮੈਡੀਕਲ, ਨਰਸਿੰਗ, ਫਾਰਮਾਕੋਲੋਜੀ, ਹੋਮ ਸਾਇੰਸ, ਐਜੂਕੇਸ਼ਨ, ਬਿਜ਼ਨਸ ਮੈਨੇਜਮੈਂਟ, ਐਗਰੀਕਲਚਰ, ਐਨੀਮਲ ਹਸਬੈਂਡਰੀ, ਇਹ ਕੋਰਸਾਂ ਦੇ ਲਈ ਜਿਹੜੀ ਆ ਇਸ ਸਕਾਲਰਸ਼ਿਪ ਹੈਗੀ ਆ। ਸੋ ਮਿਨੀਮਮ 60% ਜਿਹੜੇ ਆ ਉਹ ਪ੍ਰੀਵੀਅਸ 2 ਐਗਜ਼ਾਮੀਨੇਸ਼ਨ ਵਿੱਚੋਂ 1 ਸਾਲ ਦੇ ਵਿੱਚ ਜਿਹੜੇ ਤੁਹਾਡੇ ਐਗਜ਼ਾਮ ਸਮੈਸਟਰ ਵਾਈਜ਼ ਜੇ ਹੋਏ ਤਾਂ 2 ਸਮੈਸਟਰਾਂ ਦੇ, ਤਾਂ ਮਿਨੀਮਮ 60% ਹੋਣੇ ਚਾਹੀਦੇ ਹੋ। ਜੇ 10ਵੀਂ ਦੇ ਵਿੱਚ ਵੀ ਤੁਹਾਡੇ 60% ਤੋਂ ਮਾਰਕਸ ਘੱਟ ਆ ਤਾਂ ਸਕਾਲਰਸ਼ਿਪ ਤੁਹਾਨੂੰ ਜਿਹੜੀ ਆ ਉਹ ਨਹੀਂ ਮਿਲੇਗੀ। ਸੋ ਜਿਹੜੇ ਨਿਊ ਐਪਲੀਕੈਂਟਸ ਨੇ ਉਹ ਧਿਆਨ ਨਾਲ ਇਸ ਚੀਜ਼ ਨੂੰ ਪੜ੍ਹਨ, ਅਤੇ ਕਿਸ ਤਰ੍ਹਾਂ ਇਹ ਪੇਪਰ ਹੋਏਗਾ, ਕੀ ਹੋਏਗਾ, ਸਿਲੇਬਸ ਕੀ ਹੋਏਗਾ, ਸਾਰਾ ਕੁਝ ਇਸ ਫਾਰਮ ਦੇ ਵਿੱਚ ਇੰਸਟਰਕਸ਼ਨ ਦੇ ਵਿੱਚ ਦਿੱਤਾ ਗਿਆ ਹੈਗਾ। ਤੁਹਾਨੂੰ ਕੀ ਚਾਹੀਦਾ ਹੈਗਾ, 10ਵੀਂ ਦੀ DMC ਚਾਹੀਦੀ ਆ, +2 ਦੀ, ਫਿਰ ਜਿਹੜੇ ਤੁਸੀਂ ਕੋਰਸ ਕਰ ਰਹੇ ਹੋ ਜਾਂ ਹਜੇ ਕਰਨ ਜਾ ਰਹੇ ਹੋ ਉਹਦੇ ਬਾਰੇ ਡਿਟੇਲ ਜਿਹੜਾ ਵਗੈਰਾ। ਇਹ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਇੱਥੇ ਤੁਸੀਂ ਜਿਹੜੀ ਕਿਤਾਬ ਹੈਗੀ ਆ ਨੈਤਿਕ ਸਿੱਖਿਆ ਉਹ ਤੋਂ ਮੰਗਾ ਸਕਦੇ ਹੈਗੇ ਹੋ। ਸੋ ਜੇ ਗੱਲ ਕਰੀਏ ਡਾਕੂਮੈਂਟਸ ਕਿਹੜੇ ਨੇ, 2 ਤੁਹਾਡੇ ਕੋਲ ਫੋਟੋਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਫਾਰਮ ਦੇ ਉੱਤੇ ਲੱਗਣੀਆਂ ਹੈਗੀਆਂ। ਸੈਲਫ ਅਟੈਸਟਡ 10ਵੀਂ ਦੀ ਅਤੇ 12ਵੀਂ ਦੀ DMC, ਜਾਂ ਫਿਰ ਜਿਹੜੇ ਕੋਰਸ ਨੂੰ ਤੁਸੀਂ ਕਰ ਰਹੇ ਹੋ ਉਹਦੀ ਹੋਣੀ ਚਾਹੀਦੀ ਆ। ਅਤੇ ਫੀਸ ਰਸੀਟ ਜਿਹੜੀਆਂ ਹੈਗੀਆਂ ਤੁਹਾਡੀਆਂ, ਜਿਹੜੀਆਂ ਫੀਸ ਦੀਆਂ ਰਸੀਦਾਂ ਹੈਗੀਆਂ ਅਕੈਡਮਿਕ ਈਅਰ 2023 ਅਤੇ 24 ਦੀਆਂ, ਸੋ ਉਹ ਵੀ ਨਾਲ ਲਾਉਣੀਆਂ ਨੇ। ਕੋਈ ਵੀ ਹੈਂਡ ਰਿਟਨ ਜਿਹੜੀ ਆ ਰਿਸਿਪਟ ਕੋਈ ਨਹੀਂ ਚੱਲੇਗੀ। ਸੋ ਆਪਣੇ ਜਿਹੜੇ ਬ੍ਰਦਰ ਜਾਂ ਸਿਸਟਰ ਦੀ ਜੋ ਵੀ ਪੜ੍ਹਾਈ ਚੱਲ ਰਹੀ ਹੈ ਉਹ ਵੀ ਤੁਸੀਂ ਇੱਥੇ ਮੈਂਸ਼ਨ ਕਰਨੀ ਹੈ ਫਾਰਮ ਦੇ ਵਿੱਚ, ਅਤੇ ਉਹਦੀ ਜਿਹੜੀ ਰਸੀਦ ਜਿਹੜੀ ਆ ਤੁਸੀਂ ਜ਼ਰੂਰ ਨਾਲ ਲਾਉਣੀ ਆ। ਸੋ 3 ਡਾਕੂਮੈਂਟ ਬਹੁਤ ਜ਼ਰੂਰੀ ਨੇ। ਇਨਕਮ ਦਾ ਜਿਹੜਾ ਪ੍ਰੂਫ, ਇੱਕ ਤੁਹਾਡੇ 10ਵੀਂ ਦਾ, ਅਤੇ ਇੱਕ ਤੁਹਾਡੀਆਂ ਫੀਸ ਦੀਆਂ ਰਸੀਦਾਂ। ਜੇ ਤੁਸੀਂ ਇਹ ਨਹੀਂ ਭੇਜਦੇ ਤਾਂ ਤੁਹਾਡੀ ਸਕਾਲਰਸ਼ਿਪ ਜਿਹੜੀ ਆ ਉਹ ਰਿਜੈਕਟ ਹੋ ਸਕਦੀ ਆ। ਸੋ ਚੈੱਕਲਿਸਟ ਪੁਆਇੰਟ ਤੋਂ ਤੁਸੀਂ ਇੱਕ ਵਾਰੀ ਚੈੱਕ ਕਰ ਲੈਣੇ ਹੈਗੇ ਆ। ਅਤੇ ਮੈਂ ਦੱਸ ਦਿਆਂ ਇੱਥੇ ਕਿ ਜਿਹੜੇ ਇਨਕਮ ਪ੍ਰੂਫ ਹੈਗਾ ਉਹ ਓਰੀਜਨਲ ਲਾਉਣਾ ਤੁਸੀਂ। ਉਹਦੇ ਜਿਹੜੇ ਫਾਰਮੈਟ ਹੈਗੇ ਉਹ ਵੀ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ। ਪਾਸਬੁੱਕ ਦਾ ਪਹਿਲਾ ਪੇਜ ਜਿਹੜਾ ਤੁਸੀਂ ਜਰਾ ਉਹ ਉੱਥੇ ਪਹਿਲੇ ਫੋਟੋ ਕਾਪੀ ਕਰਕੇ ਲਾਉਣਾ। ਹੁਣ ਤੁਸੀਂ ਡਾਊਨਲੋਡ ਕਰ ਲਿਆ ਹੈਗਾ, ਅਤੇ ਸਭ ਤੋਂ ਪਹਿਲਾਂ ਦੇਖਣਾ ਕਿ ਇਹ 'ਤੇ ਨਿਊ ਐਪਲੀਕੈਂਟਸ ਲਿਖਿਆ ਹੋਣਾ ਚਾਹੀਦਾ ਜੇ ਤੁਸੀਂ ਨਵੇਂ ਵਿਦਿਆਰਥੀ ਹੋ। ਜਿਹੜੇ ਵਿਦਿਆਰਥੀ ਪੁਰਾਣੇ ਨੇ ਉਹਨਾਂ ਲਈ ਓਲਡ ਐਪਲੀਕੈਂਟਸ ਲਿਖਿਆ ਹੋਏਗਾ, ਧਿਆਨ ਨਾਲ ਦੇਖ ਲੈਣਾ। ਅਤੇ ਇੱਥੇ ਰੋਲ ਨੰਬਰ ਲਿਖਿਆ ਆ ਰਿਹਾ ਟੂ ਬੀ ਫਿਲਡ ਇਨ ਬਾਏ ਆਫਿਸ। ਇੱਥੇ ਤੁਸੀਂ ਆਪਣੇ ਕਿਸੇ ਕਾਲਜ ਦਾ ਰੋਲ ਨੰਬਰ ਨਹੀਂ ਭਰਨਾ। ਇੱਥੇ ਜਿਹੜਾ ਕਿ ਐਡਮਿਟ ਕਾਰਡ ਜਿਹੜਾ ਬਾਅਦ ਵਿੱਚ ਆਏਗਾ ਉਹ ਬਾਅਦ ਵਿੱਚ ਤੁਸੀਂ ਅਗਲੇ ਸਾਲ ਹੀ ਭਰੋਗੇ। ਹੁਣ ਇਹਦੇ ਵਿੱਚ ਕੁਛ ਨਹੀਂ ਭਰਨਾ ਤੁਸੀਂ। ਕਈ ਬੱਚੇ ਗਲਤੀ ਕਰ ਲੈਂਦੇ ਆ, ਆਪਣੇ ਕਾਲਜ ਦਾ ਰੋਲ ਨੰਬਰ ਭਰ ਦਿੰਦੇ ਆ। ਇਹ ਉਹ ਰੋਲ ਨੰਬਰ ਆ ਜਿਹੜਾ ਤੁਹਾਡਾ SHDF ਰੋਲ ਨੰਬਰ ਹੋਏਗਾ, ਅਗਲੇ ਸਾਲ ਲਈ ਤੁਸੀਂ ਭਰੋਗੇ। ਸੋ ਇੱਥੇ ਅੱਗੇ ਇਨ ਸਰਕਲ test/ਇੰਟਰਵਿਊ ਸੈਂਟਰ ਆਫ ਯੂਰ ਚੁਆਇਸ, ਇਹਨਾਂ ਦੇ ਵਿੱਚੋਂ ਇੱਕ ਸੈਂਟਰ ਜਿਹੜਾ ਤੁਸੀਂ ਉਹ ਇਨ ਸਰਕਲ ਕਰਨਾ। ਜੇ ਤੁਸੀਂ ਅੰਮ੍ਰਿਤਸਰ ਰਹਿਣ ਵਾਲੇ ਅੰਮ੍ਰਿਤਸਰ ਵਾਲਾ, ਜੇ ਲੁਧਿਆਣਾ ਤੁਹਾਨੂੰ ਨੇੜੇ ਪੈਂਦਾ ਤਾਂ ਲੁਧਿਆਣੇ ਵਾਲਾ। ਇੱਥੋਂ ਅਸੀਂ ਉਹਦੇ ਅਕੋਰਡਿੰਗਲੀ ਤੁਹਾਨੂੰ ਐਡਮਿਟ ਕਾਰਡ ਜਿਹੜਾ ਜਾਰੀ ਕਰਾਂਗੇ। ਜੇ ਤੁਸੀਂ ਕੋਈ ਵੀ ਨਹੀਂ ਇੱਥੇ ਟਿਕ ਕਰਦੇ ਤਾਂ ਉਹ ਜਿਹੜਾ ਵੀ ਨਿਸ਼ਕਾਮ ਵੱਲੋਂ ਆਏਗਾ ਫਿਰ ਤੁਹਾਨੂੰ ਉੱਥੇ ਜਾਣਾ ਪਏਗਾ।
ਸੋ ਇਹ ਬਹੁਤ ਜ਼ਰੂਰੀ ਹੈ ਤੁਹਾਨੂੰ ਇਨ ਸਰਕਲ ਕਰਨਾ, ਜਿੱਥੇ ਤੁਸੀਂ ਟੈਸਟ ਦੇਣਾ ਚਾਹੁੰਦੇ ਹੋ, ਅਤੇ ਜਾਂ ਫਿਰ ਉੱਥੇ ਇੰਟਰਵਿਊ ਜਿਹੜੀ ਹੋਏਗੀ ਅਤੇ ਉੱਥੇ ਸਕਾਲਰਸ਼ਿਪ ਜਿਹੜੀ ਤੁਹਾਨੂੰ ਮਿਲੇਗੀ। ਸੋ ਬਾਕੀ ਤੁਹਾਡੀ ਇਹ ਜਿਹੜੀ ਬੇਸਿਕ ਇਨਫੋਰਮੇਸ਼ਨ ਹੈਗੀ ਆ, ਤੁਸੀਂ ਆਪਣੀ ਈਮੇਲ ਆਈਡੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਤੁਹਾਡਾ ਕੰਟੈਕਟ ਨੰਬਰ ਹੋਣਾ ਚਾਹੀਦਾ, ਆਪਣੇ ਪੇਰੈਂਟਸ ਦੀ ਡਿਟੇਲਸ ਹੈਗੀ ਆ, ਤੁਹਾਡੇ ਬ੍ਰਦਰ ਸਿਸਟਰ ਦੀ ਹੈਗੀ ਆ। ਹੁਣ 10ਵਾਂ ਨੰਬਰ ਜਿਹੜਾ ਹੈਗਾ ਉਹ ਵੀ ਬਹੁਤ ਜ਼ਰੂਰੀ ਹੈਗਾ। ਇੱਥੇ ਤੁਸੀਂ ਰੈਸਟ੍ਰਿਕੇਟ ਤਾਂ ਨਹੀਂ ਕੀਤੇ ਗਏ ਜਾਂ ਫਿਰ ਕਾਲਜ ਵੱਲੋਂ ਕਿਤੇ ਐਗਜ਼ਾਮੀਨੇਸ਼ਨ 'ਚ ਇੱਥੇ ਯੈਸ ਨੋ ਜ਼ਰੂਰ ਲਿਖਣਾ। ਉਸ ਤੋਂ ਬਾਅਦ 11ਵਾਂ, ਇਹ ਸਭ ਤੋਂ ਇੰਪੋਰਟੈਂਟ ਹੈਗਾ ਕਿ ਤੁਸੀਂ ਜੇ ਕਿਤੋਂ ਹੋਰ ਵੀ ਸਕਾਲਰਸ਼ਿਪ ਅਪਲਾਈ ਕੀਤੀ ਆ ਜਾਂ ਫਿਰ ਐਕਸਪੈਕਟ ਕਰ ਰਹੇ ਹੋ ਤਾਂ ਜ਼ਰੂਰ ਇੱਥੇ ਲਿਖਣਾ। ਜੇ ਤੁਸੀਂ ਕੋਈ ਅਪਲਾਈ ਕੀਤੇ ਯੈਸ ਲਿਖਣਾ, ਅਦਰਵਾਈਜ਼ ਨੋ ਲਿਖਣਾ। ਹੁਣ ਇਹ 12ਵਾਂ ਅਤੇ ਇਹ 10ਵੀਂ ਅਤੇ 12ਵੀਂ ਦੀ ਇਨਫੋਰਮੇਸ਼ਨ ਹੈਗੀ ਆ। 13ਵਾਂ, ਇਹ ਜਿਹੜੇ ਬੱਚੇ ਆਲਰੇਡੀ ਕੋਰਸ ਕਰ ਰਹੇ ਆ ਉਹਨਾਂ ਦੇ ਲਈ ਹੈਗਾ ਕਿ ਉਹਨਾਂ ਨੇ ਆਪਣੇ 2 ਸਾਲਾਂ ਦੀ ਜਿਹੜੀ ਇਨਫੋਰਮੇਸ਼ਨ ਐਗਜ਼ਾਮੀਨੇਸ਼ਨ ਦੇਣੀ ਹੈਗੀ ਆ। ਉਸ ਤੋਂ ਬਾਅਦ ਜਿਹੜੇ ਬੱਚੇ ਨਵੇਂ ਨੇ, 14ਵਾਂ ਨੰਬਰ 'ਤੇ ਪਲਾਨ ਸਟੱਡੀ ਕੀ, ਜਿਸ ਤਰ੍ਹਾਂ ਮੰਨ ਲਓ +2 ਤੋਂ ਬਾਅਦ ਕੋਈ BCA ਦੀ ਆਪਣੇ ਐਡਮਿਸ਼ਨ ਲੈਣੀ ਚਾਹੁੰਦਾ ਅਤੇ ਉਹ ਇੱਥੇ ਆਪਣਾ ਪਲੈਨਡ ਪ੍ਰੋਗਰਾਮ ਜਿਹੜਾ ਉਹ ਕਾਲਜ ਦਾ ਨਾਮ ਕੋਈ ਭਰ ਸਕਦਾ, ਬਾਅਦ ਵਿੱਚ ਚੇਂਜ ਵੀ ਹੋ ਸਕਦਾ, ਕੋਈ ਗੱਲ ਨਹੀਂ, ਤੁਸੀਂ ਇੱਕ ਵਾਰ ਭਰ ਦਿਓ ਇੱਥੇ। ਫਿਰ ਅਚੀਵਮੈਂਟਸ ਆ ਗਈਆਂ। 16ਵੇਂ 'ਤੇ ਰੈਫਰੈਂਸ, ਇੱਥੇ ਤੁਸੀਂ ਆਪਣਾ ਟੀਚਰ ਦਾ ਰੈਫਰੈਂਸ ਭਰ ਸਕਦੇ ਹੋ ਅਤੇ ਆਪਣੇ ਫੈਮਿਲੀ ਮੈਂਬਰ ਦਾ ਰੈਫਰੈਂਸ ਨਹੀਂ ਭਰਨਾ। ਇੱਥੇ ਤੁਸੀਂ ਕਿਸੇ ਵੀ ਟੀਚਰ ਦਾ ਉਹਨਾਂ ਦਾ ਫ਼ੋਨ ਨੰਬਰ, ਜਿੱਥੋਂ ਅਸੀਂ ਜਿਹੜਾ ਤੁਹਾਡੇ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਲੈ ਸਕੀਏ। ਇੱਥੇ ਡਿਟੇਲਸ ਆਫ ਬੈਂਕ ਅਕਾਊਂਟ ਹੈਗਾ, ਫੈਮਿਲੀ ਐਕੂਪੇਸ਼ਨ ਹੈਗੇ, ਇੱਥੇ ਤੁਸੀਂ ਜੋ ਵੀ ਹੈ ਉਹ ਆਪਣੇ ਅਕੋਰਡਿੰਗਲੀ ਟਿਕ ਕਰਨਾ ਹੈਗਾ। ਸੋ ਉਸ ਤੋਂ ਬਾਅਦ ਆਪਣੇ ਫਾਦਰ ਜਾਂ ਮਦਰ ਦੇ ਸਾਈਨ ਅਤੇ ਸਿਗਨੇਚਰ ਆਫ ਐਪਲੀਕੈਂਟਸ। ਹੁਣ ਆਹ 21ਵਾਂ ਨੰਬਰ ਬੜਾ ਇੰਪੋਰਟੈਂਟ ਹੈਗਾ। ਇੱਥੇ ਤੁਸੀਂ ਐਸੇ ਲਿਖਣਾ ਕਿ ਤੁਸੀਂ ਇਹ ਸਕਾਲਰਸ਼ਿਪ ਕਿਉਂ ਲੈਣੀ ਚਾਹੁੰਦੇ ਹੋ, ਤੁਹਾਡੀ ਫੈਮਿਲੀ ਸਿਚੁਏਸ਼ਨ ਕੀ ਆ, ਤੁਸੀਂ ਕੀ ਬਣਨਾ ਚਾਹੁੰਦੇ ਹੋ, ਤੁਹਾਡੀਆਂ ਕੀ ਪ੍ਰੋਬਲਮਸ ਹੈਗੀਆਂ ਨੇ। ਇਹ ਆਪਣੇ ਹਿਸਾਬ ਨਾਲ ਤੁਸੀਂ ਲਿਖਣਾ, ਪੰਜਾਬੀ ਜਾਂ ਇੰਗਲਿਸ਼ ਵਿੱਚ ਲਿਖ ਸਕਦੇ ਹੋ, ਪਰ 200 ਤੋਂ 250 ਸ਼ਬਦਾਂ ਤੋਂ ਘੱਟ ਨਹੀਂ ਲਿਖਣਾ। ਹਰ ਇੱਕ ਬੱਚੇ ਜੇ ਕੋਈ ਐਕਸਟਰਾ ਸ਼ੀਟ ਲਾਉਣੀ ਚਾਹੁੰਦਾ ਤਾਂ ਉਹ ਐਕਸਟਰਾ ਵੀ ਲਾ ਸਕਦਾ। ਸੋ ਹੁਣ ਇਹ ਬਹੁਤ ਇੰਪੋਰਟੈਂਟ ਹੈ ਕਿ ਰਿਪੋਰਟ ਫਰੋਮ ਕਾਲਜ ਅਥਾਰਟੀਜ਼, ਇਹ ਜਿਹੜਾ ਫਾਰਮ ਤੁਸੀਂ ਬੇਸਿਕ ਇਨਫੋਰਮੇਸ਼ਨ ਆਪ ਭਰ ਲੈਣੀ, ਨੇਮ ਆਫ ਦਾ ਸਟੂਡੈਂਟ, ਇਹ ਸਾਰਾ ਕੁਝ ਤੁਸੀਂ ਆਪੇ ਭਰਨਾ, ਫੋਟੋ ਲਾਉਣੀ ਇੱਥੇ ਸਾਰਾ ਇਹ ਤੁਸੀਂ ਆਪਣੇ ਆਪ ਭਰਨਾ ਹੈਗਾ। ਅਤੇ ਜਿਹੜਾ ਅਗਲਾ ਪੇਜ ਹੈਗਾ, ਇੱਥੇ ਤੁਹਾਡੀ ਅਕੈਡਮਿਕ ਈਅਰ ਦਾ ਜਿਹੜਾ ਸਟੂਡੈਂਟ ਦੀ ਡਿਟੇਲ ਹੈਗੀ ਆ, ਆਪਣੇ ਆਪ ਹੀ ਭਰ ਲਿਓ ਵੀ ਤੁਸੀਂ, ਫਿਰ ਮਾਰਕਸ ਆਪਣੇ ਆਪ ਭਰ ਲੈਣੇ ਤੁਸੀਂ। ਉਸ ਤੋਂ ਬਾਅਦ ਇਹ ਚੀਜ਼ ਹੈਗੀ ਮੇਨ ਕਿ ਤੁਸੀਂ ਹੁਣ ਤੱਕ ਕਿੰਨੀ ਫੀਸ ਭਰ ਚੁੱਕੇ ਹੋ, ਟਿਊਸ਼ਨ ਫੀਸ ਤੁਹਾਡੀ ਕਿੰਨੀ ਹੈ, ਡਿਵੈਲਪਮੈਂਟ ਫੀਸ ਕਿੰਨੀ ਹੈ, ਐਗਜ਼ਾਮੀਨੇਸ਼ਨ, ਇਹ ਕਾਲਜ ਦੇ ਤੁਹਾਡੇ ਕੈਸ਼ੀਅਰ ਤੋਂ ਜਾਂ ਅਕਾਊਂਟ ਤੋਂ ਭਰੀ ਜਾਣੀ ਆ। ਇਹ ਤੁਸੀਂ ਆਪੇ ਨਹੀਂ ਭਰਨੀ ਹੈਗੀ, ਜੇ ਤੁਹਾਨੂੰ ਪਤਾ ਤਾਂ ਹੀ ਭਰਨੀ ਆ, ਅਦਰਵਾਈਜ਼ ਤੁਸੀਂ ਇਹ ਆਪਣੇ ਕਾਲਜ ਤੋਂ ਭਰਵਾਉਣੀ ਆ ਅਤੇ ਨੀਚੇ ਜਿਹੜੇ ਪ੍ਰਿੰਸੀਪਲ ਜਾਂ ਹੈੱਡ ਆਫ ਡਿਪਾਰਟਮੈਂਟ ਦੇ ਸਾਈਨ ਕਰਾਉਣੇ ਆ। ਜਿਹੜੇ ਬੱਚੇ ਹੁਣ ਤੱਕ ਹਜੇ ਕਿਤੇ ਦਾਖਲਾ ਨਹੀਂ ਲਿਆ, +2 ਕੀਤੀ ਆ, ਉਹ ਇਹਨਾਂ 2 ਪੇਜਾਂ ਤੋਂ ਇਲਾਵਾ ਵੀ ਜਿਹੜਾ ਆਪਣਾ ਜਿਹੜੇ 4 ਪੇਜ ਪਹਿਲੇ ਉਹ ਭੇਜ ਸਕਦੇ ਆ। ਜਿਹੜਾ ਇਹ ਹੈਗਾ ਤੁਹਾਡਾ ਰਿਪੋਰਟ ਫਰੋਮ ਕਾਲਜ ਅਥਾਰਟੀ, ਇਹ ਬਾਅਦ ਵਿੱਚ ਭੇਜਿਆ ਜਾ ਸਕਦਾ, ਕੋਈ ਜ਼ਰੂਰੀ ਨਹੀਂ ਹੈ। ਜੇ ਤੁਸੀਂ ਅਜੇ ਦਾਖਲਾ ਨਹੀਂ ਲਿਆ ਤਾਂ ਘਬਰਾਉਣਾ ਨਹੀਂ ਹੈਗਾ, ਅਤੇ ਦਾਖਲਾ ਲੈ ਕੇ ਉਸ ਤੋਂ ਬਾਅਦ ਇਹ 2 ਪੇਜ ਜਿਹੜੇ ਲਾਸਟ ਵਾਲੇ ਤੁਸੀਂ ਇਹ ਭੇਜ ਸਕਦੇ ਹੋ। ਪਰ ਜਿਹੜੇ ਬੱਚੇ ਪੜ੍ਹ ਰਹੇ ਆ ਆਲਰੇਡੀ, ਉਹ ਨਾਲ ਹੀ ਰਿਪੋਰਟ ਜਿਹੜੀ ਆ ਉਹ ਨਾਲ ਦੇਣੀ ਆ। ਹੁਣ ਜਿਹੜੇ ਬੱਚੇ ਹਜੇ ਦਾਖਲਾ ਨਹੀਂ ਲਿਆ ਅਤੇ ਇਹ ਫਾਰਮ 4 ਪੇਜ ਪਹਿਲੇ ਭੇਜ ਰਹੇ ਨੇ, ਤਾਂ ਉਹਨਾਂ ਨੂੰ ਇਹ ਜੇ ਉਹ ਨਾ ਨਹੀਂ ਭੇਜਦੇ ਬਾਅਦ ਵਿੱਚ ਰਿਪੋਰਟ ਕਾਲਜ ਦੀ, ਤਾਂ ਉਹਨਾਂ ਦਾ ਫਾਰਮ ਜਿਹੜਾ ਜਾਂ ਉਹਦੀ ਸਕਾਲਰਸ਼ਿਪ ਉਹ ਰਿਜੈਕਟ ਕੀਤੀ ਜਾ ਸਕਦੀ ਹੈ। ਇਹ ਅੱਗੇ ਸ਼ੇਅਰ ਕਰਦੇ ਹਾਂ ਆਪਾਂ। ਜਿਹੜੇ ਫਾਰਮਰ ਹੈਗੇ ਆ ਉਹਨਾਂ ਨੇ ਇਨਕਮ ਸਰਟੀਫਿਕੇਟ ਹੋਣਾ, ਜਾਂ ਫਿਰ ਫਾਰਮੈਟ B ਇਹਦੇ ਵਿੱਚ, ਲੇਬਰਰ ਲਈ ਇਨਕਮ ਸਰਟੀਫਿਕੇਟ ਜਾਂ ਫਿਰ ਫਾਰਮੈਟ C, ਇੰਪਲੋਈ ਲਈ ITR ਜਿਹੜੀ ਭਰਨੀ, ਜਾਂ ਫਿਰ ਸੈਲਰੀ ਸਰਟੀਫਿਕੇਟ ਐਜ਼ ਪਰ ਫਾਰਮੈਟ D। ਜਿਹੜੇ ਪੈਨਸ਼ਨਰ ਹੈਗੇ ਉਹਨਾਂ ਲਈ ਫਾਰਮੈਟ E ਹੈਗਾ। ਸੋ ਫਾਰਮੈਟ ਵੀ ਅੱਗੇ ਦਿੱਤੇ ਹੋਏ ਨੇ, ਇਹ ਤੁਸੀਂ ਨੋਟਰੀ ਤੋਂ ਵੀ ਅਟੈਸਟਡ ਕਰਾ ਸਕਦੇ ਜੇ। ਇਹ ਸੈਲਫ ਓਨਡ ਬਿਜ਼ਨਸ ਲਈ ਹੈਗਾ ਇਹ ਫਾਰਮੈਟ A। ਤੁਸੀਂ ਇੱਦਾਂ ਨਾ ਇਹ ਵਰਡਿੰਗ ਜਿਹੜੀ ਆ ਆਪਣੀ ਸਟਾਂਪ ਪੇਪਰ 'ਤੇ ਜਿਹੜੀ ਆ ਲਿਖਵਾਉਣੀ ਹੈਗੀ ਆ। ਜਿਹੜੇ ਫਾਰਮਰ ਨੇ, ਐਗਰੀਕਲਚਰਿਸਟ ਨੇ, ਉਹ ਜਿਹੜੇ ਇਸ ਫਾਰਮੈਟ ਨੂੰ ਜਿਹੜਾ ਉਹ ਫੋਲੋ ਕਰਨਗੇ। ਸੋ ਜਿਹੜੇ ਲੇਬਰਰ ਹੈਗੇ ਆ ਫਾਰਮੈਟ C, ਜਾਂ ਪ੍ਰਾਈਵੇਟ ਵਰਕਰ ਜਾਂ ਡੇਲੀ ਵੇਜਸ ਹੈਗੇ, ਉਹਨਾਂ ਨੇ ਆਹ ਜਿਹੜਾ ਫਾਰਮੈਟ ਯੂਜ਼ ਕਰਨਾ। ਇਹ ਤੁਸੀਂ ਕਚਹਿਰੀਆਂ ਜਾ ਕੇ ਬਣਾ ਸਕਦੇ, ਕੋਰਟ ਦੇ ਵਿੱਚ, ਨੋਟਰੀ ਤੋਂ ਵੀ ਚੱਲ ਸਕਦਾ। ਜਿਹੜੇ ਸੈਲਰੀਡ ਪਰਸਨ ਹੈਗੇ ਆ ਉਹ ਆਪਣੇ ਐਮਪਲੋਇਰ ਤੋਂ ਜਿਹੜਾ ਬਣਾ ਸਕਦੇ ਆ। ਜਿਹੜੇ ਪੈਨਸ਼ਨਰ ਹੈਗੇ ਆ ਉਹ ਫਾਰਮੈਟ E ਨੂੰ ਜਿਹੜਾ ਫੋਲੋ ਕਰਨ।